ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਬੈਠੇ ਹਾਂ ਖਾਲਸਾ ਕਾਲਜ ਆਫ ਲਾਅ ਦੇ ਵਿਹੜੇ ਦੇ ਵਿੱਚ। ਸਾਡੇ ਨਾਲ ਨੇ ਇੱਥੋਂ ਦੇ ਪ੍ਰਿੰਸੀਪਲ ਡਾਕਟਰ ਸਾਹਿਬ। ਬਹੁਤ ਜੀ ਆਇਆਂ ਨੂੰ, ਤੁਸੀਂ ਸਾਨੂੰ ਸਮਾਂ ਦਿੱਤਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਡੇ ਸਰੋਤਿਆਂ ਨੂੰ ਦੱਸੋ ਜੀ, ਖਾਲਸਾ ਕਾਲਜ ਆਫ ਲਾਅ ਕਦੋਂ ਸ਼ੁਰੂ ਹੋਇਆ ਤੇ ਕਿਹੜੇ ਦੌਰ ਚੋਂ ਨਿਕਲ ਕੇ ਜੋ ਕਿ ਸਮੇਂ 'ਚ ਆਇਆ? ਖਾਲਸਾ ਕਾਲਜ ਆਫ ਲਾਅ ਅੰਮ੍ਰਿਤਸਰ ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਵੱਲੋਂ ਇੱਕ ਬਹੁਤ ਹੀ ਵੱਡਮੁੱਲਾ ਉਪਰਾਲਾ ਸੀ ਔਰ ਇਸ ਆਸ਼ੇ ਨਾਲ ਇਹ ਕਾਲਜ ਸੁਸਾਇਟੀ ਵੱਲੋਂ ਖੋਲ੍ਹਿਆ ਗਿਆ ਕਿ ਇਸ ਪੇਂਡੂ ਖੇਤਰ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਇੱਕ ਉੱਚ ਪੱਧਰੀ ਲਾਅ ਦੀ ਵਿੱਦਿਆ ਜਿਹੜੀ ਹੈ ਉਹ ਇਸ ਸੰਸਥਾ ਵਿੱਚ ਦਿੱਤੀ ਜਾ ਸਕੇ। ਜੋ ਬਾਰਡਰ ਏਰੀਆ ਦੇ ਜਿਹੜੇ ਵਿਦਿਆਰਥੀ ਨੇ ਜਾਂ ਰੂਰਲ ਏਰੀਆ ਦੇ ਵਿਦਿਆਰਥੀ ਨੇ ਉਹਨਾਂ ਵਾਸਤੇ ਇਹ ਸੰਸਥਾ ਖੋਲ੍ਹੀ ਗਈ ਸੀ। ਇਹ ਸੰਸਥਾ 2012 ਵਿੱਚ ਸ਼ੁਰੂ ਕੀਤੀ ਗਈ। ਉਦੋਂ ਇਹ ਕਿਸੇ ਇੱਕ ਟੈਂਪਰੇਰੀ ਬਿਲਡਿੰਗ ਦੇ ਵਿੱਚ ਖਾਲਸਾ ਕਾਲਜ ਦੇ ਸ਼ੁਰੂ ਕੀਤੀ ਗਈ ਸੀ, ਲੇਕਿਨ ਉਸ ਤੋਂ ਬਾਅਦ 2013 ਦੇ ਵਿੱਚ ਇਹ ਜਿਹੜੀ ਮੌਜੂਦਾ ਬਿਲਡਿੰਗ ਹੈ ਇਹ ਬਣਾਈ ਗਈ ਹੈ ਔਰ ਇੱਕ ਬਹੁਤ ਹੀ ਹਵਾਦਾਰ ਔਰ ਖੁੱਲ੍ਹੇ ਕਮਰੇ ਔਰ ਪੀਸਫੁਲ ਮਾਹੌਲ ਜਿਹਨੂੰ ਕਹਿੰਦੇ ਨੇ, ਵਧੀਆ ਇੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਉਹ ਸੁਸਾਇਟੀ ਵੱਲੋਂ ਪ੍ਰਦਾਨ ਕੀਤੀ ਗਈ ਹੈ। ਵਿਦਿਆਰਥੀਆਂ ਦੇ ਹਰ ਤਰ੍ਹਾਂ ਦੇ ਪੱਖ ਨੂੰ ਸਾਹਮਣੇ ਰੱਖਦਿਆਂ ਹੋਇਆਂ ਇਸ ਸੰਸਥਾ ਵਿੱਚ ਹਰ ਤਰ੍ਹਾਂ ਦੀ ਸੁਵਿਧਾ ਜਿਵੇਂ ਕਿ ਕੰਪਿਊਟਰ ਲੈਬ, ਬਹੁਤ ਵਧੀਆ ਲਾਇਬ੍ਰੇਰੀ ਔਰ ਫੂਡ ਕੋਰਟ ਰੂਮ ਔਰ ਵਧੀਆ ਜਿਹੜੇ ਅੱਛੇ ਸਟੈਂਡਰਡ ਦੇ ਟੀਚਰ ਨੇ ਉਹਨਾਂ ਦੀ ਸਿਲੈਕਸ਼ਨ ਕਰਕੇ ਇਹ ਸੰਸਥਾ ਜਿਹੜੀ ਹੈ ਸ਼ੁਰੂ ਕੀਤੀ। ਡਾਕਟਰ ਸਾਹਿਬ ਦੱਸਿਓ, ਜਦੋਂ ਖਾਲਸਾ ਕਾਲਜ ਆਫ ਲਾਅ ਦਾ ਤੁਸੀਂ ਸ਼ੁਰੂਆਤ ਕੀਤੀ ਤੇ ਤੁਹਾਡੇ ਕੋਲ ਬੱਚਿਆਂ ਦਾ ਕਿੱਦਾਂ ਦਾ ਰਿਸਪੌਂਸ ਰਿਹਾ ਜੀ? ਸ਼ੁਰੂ ਦੇ ਵਿੱਚ ਜਦੋਂ ਦਾਖਲਾ ਹੋਇਆ, ਕਿਉਂਕਿ ਪਹਿਲਾ ਸਾਲ ਸੀ ਔਰ ਦਾਖਲਾ ਕੁਛ ਲੇਟ ਸੀ, ਉਸ ਵੇਲੇ ਬਹੁਤ ਘੱਟ ਵਿਦਿਆਰਥੀ ਆਏ, ਲੇਕਿਨ 2014 ਦੇ ਵਿੱਚ ਮੈਂ ਇਸ ਕਾਲਜ ਦੇ ਵਿੱਚ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ। ਤਾਂ ਉਸ ਤੋਂ ਬਾਅਦ ਇਹ ਕਾਲਜ ਹਰ ਸਾਲ ਚੜ੍ਹਦੀਆਂ ਕਲਾ ਵਿੱਚ ਹੀ ਜਾਂਦਾ ਰਿਹਾ ਔਰ ਸਾਡੇ ਕੋਲ ਉਸ ਸਮੇਂ 2 ਕੋਰਸ ਸਨ, ਇੱਕ BA LLB 5 ਸਾਲਾ ਕੋਰਸ ਔਰ ਦੂਸਰਾ LLB 3 ਸਾਲਾ ਕੋਰਸ ਸੀ। BA LLB ਵਾਸਤੇ +2 ਦੀ ਕੁਆਲੀਫਿਕੇਸ਼ਨ ਰਿਕੁਆਇਰਡ ਹੁੰਦੀ ਹੈ ਔਰ LLB ਵਾਸਤੇ ਗ੍ਰੈਜੂਏਸ਼ਨ ਹੁੰਦੀ ਹੈ। ਲੇਕਿਨ ਬਾਅਦ ਦੇ ਵਿੱਚ ਅਸੀਂ 2015 ਦੇ ਵਿੱਚ ਬਾਰ ਕੌਂਸਲ ਆਫ ਇੰਡੀਆ ਨੂੰ ਅਪਲਾਈ ਕਰਕੇ ਇੱਕ ਹੋਰ ਨਵਾਂ ਕੋਰਸ BCom LLB ਵੀ ਲਿਆ ਔਰ ਸਾਰੇ ਸਾਡੇ ਕੋਰਸ BA LLB ਦੀਆਂ 120 ਸੀਟਾਂ ਨੇ ਔਰ ਸਾਰੀਆਂ ਦੀਆਂ ਸਾਰੀਆਂ ਸੀਟਾਂ ਸਾਡੀਆਂ ਉਹ ਭਰ ਜਾਂਦੀਆਂ ਨੇ ਔਰ ਕਈ ਵਾਰ ਤਾਂ ਇਦਾਂ ਵੀ ਹੁੰਦਾ ਹੋਣਾ ਵੇਟਿੰਗ ਦੇ ਵਿੱਚ ਵੀ ਬੱਚੇ ਹੋਣੇ, ਵੇਟਿੰਗ 'ਚ ਬੜੇ ਬੱਚੇ ਰਹਿ ਜਾਂਦੇ ਨੇ ਔਰ BCom ਵਾਸਤੇ ਵੀ BCom LLB ਵਾਸਤੇ ਵੀ ਸਾਡੇ ਪਾਸ ਬਹੁਤ ਹੀ ਅੱਛਾ ਰਿਸਪੌਂਸ ਹੈ। ਔਰ ਕਿਉਂਕਿ ਨਾਲ ਹੀ ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੰਧ ਨਾ ਕੰਧ ਸਾਂਝੀ ਤੁਹਾਡੀ, ਇਹ ਕੋਰਸ BCom LLB ਉੱਥੇ ਵੀ ਹੈਗਾ। ਅੱਛਾ, ਉੱਥੇ ਨਹੀਂ ਹੈਗਾ। ਇਹ ਕੋਰਸ ਸਿਰਫ ਸਾਡੇ ਕੋਲ ਹੀ ਹੈ ਅੰਮ੍ਰਿਤਸਰ ਦੇ ਵਿੱਚ ਔਰ ਆਸ-ਪਾਸ ਦੇ ਏਰੀਆ ਦੇ ਵਿੱਚ, ਈਵਨ ਗੁਰਦਾਸਪੁਰ ਵੀ ਇਹ ਕੋਰਸ ਨਹੀਂ ਹੈ ਔਰ ਇਸ ਕਰਕੇ BCom LLB ਵਾਸਤੇ ਸਾਡੇ ਕਾਫੀ ਜੋ ਹੈ ਵਿਦਿਆਰਥੀ ਇਸ ਦਾਖਲੇ ਵਾਸਤੇ ਆਉਂਦੇ ਨੇ ਔਰ ਹਰ ਸਾਲ ਵਿਦਿਆਰਥੀਆਂ ਦੀ ਗਿਣਤੀ ਜਿਹੜੀ ਹੈ ਉਹ ਰਿਸਪੌਂਸ ਵੱਧਦਾ ਜਾ ਰਿਹਾ ਹੈ ਔਰ ਉਮੀਦ ਹੈ ਕਿ ਇਸ ਸਾਲ ਵੀ ਅਸੀਂ ਇਸ ਤੋਂ ਵੀ ਜ਼ਿਆਦਾ ਹੋਰ ਸਾਨੂੰ ਜਿਹੜਾ ਹੈ ਰਿਸਪੌਂਸ ਮਿਲੇ। ਕਈ ਵਾਰੀ ਤੇ ਇੱਦਾਂ ਹੁੰਦਾ ਕਿ ਵਿਦਿਆਰਥੀ ਬਹੁਤ ਜ਼ਿਆਦਾ ਆ ਜਾਂਦੇ ਆ, ਸੀਟਸ ਤੁਹਾਡੇ ਤੋਂ ਘੱਟ ਹੁੰਦੀਆਂ, ਫਿਰ ਤੁਸੀਂ ਉਹਨੂੰ ਕਿੱਦਾਂ ਉਹਨਾਂ ਨੂੰ ਬੱਚਿਆਂ ਦੀ ਮੈਰਿਟ ਬੇਸ 'ਤੇ ਕਰਦੇ ਹੋ, ਐਂਟਰੈਂਸ ਟੈਸਟ ਲੈਂਦੇ ਹੋ ਜਾਂ ਤੁਹਾਡਾ ਕੀ ਕ੍ਰਾਈਟੇਰੀਆ ਹੁੰਦਾ? ਸਾਡੇ ਕਾਲਜ ਦਾ ਜੋ ਲਾਅ ਦੇ ਜਿੰਨੇ ਵੀ ਕੋਰਸ ਨੇ ਉਹ ਉਹਨਾਂ ਦਾ ਦਾਖਲਾ ਸਟੇਟ ਪੱਧਰ 'ਤੇ ਹੁੰਦਾ ਔਰ ਗਵਰਨਮੈਂਟ ਆਫ ਪੰਜਾਬ ਹਰ ਸਾਲ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਸੇ ਇੱਕ ਯੂਨੀਵਰਸਿਟੀ ਨੂੰ ਆਥੋਰਾਈਜ਼ ਕਰ ਦਿੰਦੀ ਹੈ ਕਿ ਉਹ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਲਾਅ ਕਾਲਜਸ ਨੇ ਜਾਂ ਯੂਨੀਵਰਸਿਟੀਆਂ ਦੇ ਡਿਪਾਰਟਮੈਂਟਸ ਨੇ ਉਹਨਾਂ ਵਿੱਚ ਜਿੰਨਾ ਵੀ ਦਾਖਲਾ ਹੋਣਾ ਹੈ ਉਹਦੇ ਬਾਰੇ ਉਹਨਾਂ ਦੀ ਉਹ ਨੋਟੀਫਾਈ ਕਰਕੇ ਵੈਬਸਾਈਟ 'ਤੇ ਰਾਹੀਂ ਉਹਨਾਂ ਦੀ ਐਪਲੀਕੇਸ਼ਨ ਵਗੈਰਾ ਲੈ ਕੇ ਫਿਰ ਉਹ ਮੈਰਿਟ ਬਣਾ ਕੇ ਤੇ ਐਲੋਕੇਟ ਕਰਦੇ ਨੇ ਔਰ ਸਾਡੇ ਕਾਲਜ ਦੇ ਵਾਸਤੇ ਪ੍ਰਾਇਰਟੀ ਦੇ ਉੱਪਰ ਬੱਚਿਆਂ ਦੀ ਜਿਹੜੀ ਹੈ ਉਹ ਹੁੰਦਾ ਹਰ ਵਾਰੀ ਔਰ ਕਾਫੀ ਬੱਚੇ ਜਿਹੜੇ ਇੱਥੇ ਸਾਡੇ ਕੋਲ ਦਾਖਲਾ ਲੈਣਾ ਚਾਹੁੰਦੇ ਨੇ ਉਹ ਵੀ ਰਹਿ ਜਾਂਦੇ ਨੇ। ਈਵਨ ਪੰਜਾਬ ਦੇ ਵਿੱਚੋਂ ਹੀ ਨਹੀਂ, ਸਾਡੇ ਕੋਲ ਜਿਹੜੀਆਂ ਨੇਬਰਿੰਗ ਸਟੇਟ, ਈਵਨ ਬਹੁਤ ਦੂਰ ਦੀਆਂ ਸਟੇਟਸ ਜਿਵੇਂ ਕੇਰਲਾ ਤੋਂ ਵੀ ਸਾਡੇ ਕੋਲ ਬੱਚਾ ਪੜ੍ਹ ਰਿਹਾ, ਦਿੱਲੀ ਦੇ ਹਨ, ਉੱਤਰਾਖੰਡ ਹੈ, ਉੱਤਰ ਪ੍ਰਦੇਸ਼ ਹੈ, ਜੰਮੂ ਐਂਡ ਕਸ਼ਮੀਰ ਹੈ, ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼, ਰਾਜਸਥਾਨ ਔਰ ਹੋਰ ਜਿੰਨੇ ਵੀ ਆਸ-ਪਾਸ ਸਾਡੇ ਹਰਿਆਣਾ ਹੈ, ਹਰ ਸਟੇਟ ਦੇ ਵਿੱਚੋਂ ਲਗਭਗ ਸਾਡੇ ਜਿਹੜੇ ਬੱਚੇ ਨੇ ਉੱਥੇ ਪੜ੍ਹ ਰਹੇ। ਈਵਨ ਗੁਜਰਾਤ ਤੋਂ ਵੀ ਇੱਕ ਬੱਚਾ ਸਾਡੇ ਕੋਲ LLB 3 ਸਾਲਾ ਕੋਰਸ ਕਰਕੇ ਗਿਆ ਔਰ ਹਰ ਸਾਲ ਹੋਰਨਾਂ ਸਟੇਟਾਂ ਤੋਂ ਜਿਹੜਾ ਹੈ ਰਿਸਪੌਂਸ ਜਿਹੜਾ ਉਹ ਆ ਰਿਹਾ।
ਇਹ ਡਾਕਟਰ ਸਾਹਿਬ ਜਦੋਂ ਬੱਚੇ ਪ੍ਰੈਕਟਿਸ ਲਈ ਜਾਂਦੇ ਆ, ਉਹ ਪ੍ਰੈਕਟਿਸ ਕੋਰਟ ਜਿਹੜਾ ਤੁਸੀਂ ਕਾਲਜ ਦੇ ਅੰਦਰ ਹੀ ਬਣਾਇਆ ਕਿ ਜਾਂ ਬਾਹਰ ਫੀਲਡ ਦੇ ਵਿੱਚ ਕਚਹਿਰੀ ਵਗੈਰਾ ਬੱਚੇ ਜਾਂਦੇ ਆ? ਬੱਚਿਆਂ ਲਈ ਅਸੀਂ ਹਰ ਸਾਲ 2 ਵਾਰੀ ਜਿਹੜਾ ਹੈ ਬੱਚਿਆਂ ਨੂੰ ਕੋਰ ਟ੍ਰੇਨਿੰਗ ਵਾਸਤੇ ਭੇਜਿਆ ਜਾਂਦਾ ਹੈ। ਔਰ ਜਿਹੜੇ ਲਾਸਟ ਸਮੈਸਟਰ ਦੇ ਬੱਚੇ ਹੁੰਦੇ ਨੇ, ਲਾਸਟ ਈਅਰ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਜਿਹੜਾ ਇੱਕ ਸਮੈਸਟਰ ਦੇ ਵਿੱਚ ਉਹਨਾਂ ਨੂੰ ਅਸੀਂ ਸਿਵਲ ਦੀ ਟ੍ਰੇਨਿੰਗ ਦਵਾਉਂਦੇ ਹਾਂ। ਔਰ ਜਿਹੜੇ ਵੀ ਚੋਟੀ ਦੇ ਐਡਵੋਕੇਟਸ ਨੇ ਉਹਨਾਂ ਨੂੰ ਅਸੀਂ ਰਿਕੁਐਸਟ ਕਰਕੇ ਉਹਨਾਂ ਨੂੰ ਕੁਛ ਨਾ ਕੁਛ ਮਾਣ ਪੱਤਰ ਦੇ ਕੇ ਅਸੀਂ ਜਿਹੜਾ ਹੈ ਉਹ ਉਹਨਾਂ ਨੂੰ ਇੰਗੇਜ ਕਰਦੇ ਹਾਂ। ਔਰ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ, ਉਹਨਾਂ ਨੂੰ ਕੋਰਸ ਵਿੱਚ ਲੈ ਕੇ ਜਾਂਦੇ ਨੇ, ਪ੍ਰੈਕਟੀਕਲ ਸਾਰਾ ਕੁਛ ਉਹਨਾਂ ਨੂੰ ਉੱਥੇ ਦੱਸਿਆ ਜਾਂਦਾ। ਇਸੇ ਤਰ੍ਹਾਂ ਹੀ ਦੂਸਰੇ ਸਮੈਸਟਰ ਦੇ ਵਿੱਚ ਲਾਸਟ ਈਅਰ ਵਾਲੇ ਦੇ ਵਿੱਚ ਜਿਹੜਾ ਹੈ ਉਹ ਅਸੀਂ ਕ੍ਰਿਮੀਨਲ ਸਾਈਡ ਦੀ ਟ੍ਰੇਨਿੰਗ ਵਾਸਤੇ ਬੱਚਿਆਂ ਨੂੰ ਭੇਜਦੇ ਹਾਂ। ਔਰ ਸਾਲ ਦੇ ਵਿੱਚ ਈਵਨ ਸ਼ੁਰੂ ਤੋਂ ਹੀ ਸਾਡੇ ਬੱਚੇ ਵੱਖਰੇ ਵੱਖਰੇ ਸੰਸਥਾਵਾਂ ਦੇ ਵਿੱਚ ਇੰਟਰਨਸ਼ਿਪ ਲਈ ਜਾਂਦੇ ਰਹਿੰਦੇ ਨੇ, ਜਿਵੇਂ ਹਿਊਮਨ ਰਾਈਟਸ ਕਮਿਸ਼ਨ ਹੋ ਗਿਆ ਜਾਂ ਹੋਰ ਸਾਡੀਆਂ ਹਾਈ ਕੋਰਟਸ ਨੇ, ਉਸ ਵਿੱਚ ਵੀ ਸਾਡੇ ਕੁਝ ਬੱਚੇ ਜਾ ਕੇ ਜਿਹੜੇ ਸਿਟਿੰਗ ਜੱਜਸ ਨੇ ਉਹਨਾਂ ਨਾਲ ਇੰਟਰਨਸ਼ਿਪ ਜਿਹੜੀ ਹੈ ਉਹ ਕਰਦੇ ਨੇ। ਔਰ ਕੁਝ NGOs ਨੇ, ਕੁਝ ਲਾਅ ਫਰਮਸ ਨੇ, ਉਹਨਾਂ ਵਿੱਚ ਜਾ ਕੇ ਸਾਡੇ ਬੱਚੇ ਜਿਹੜੇ ਨੇ ਉਹ ਇੰਟਰਨਸ਼ਿਪ ਕਰਦੇ ਨੇ, ਟ੍ਰੇਨਿੰਗ ਲੈਂਦੇ ਨੇ। ਔਰ ਵੱਖ-ਵੱਖ ਵਿਸ਼ਿਆਂ ਦੇ ਉੱਪਰ ਜਿਹੜੇ ਮਾਹਿਰ ਐਡਵੋਕੇਟਸ ਨੇ ਜਾਂ ਲਾਅ ਫਰਮਸ ਨੇ ਉਹਨਾਂ ਵਿੱਚ ਅਸੀਂ ਬੱਚਿਆਂ ਨੂੰ ਭੇਜਦੇ ਹਾਂ। ਔਰ ਬੱਚੇ ਬੜੇ ਉਤਸ਼ਾਹ ਨਾਲ ਜਾ ਕੇ ਆਪਣੇ ਟ੍ਰੇਨਿੰਗ ਦਿੱਲੀ, ਚੰਡੀਗੜ੍ਹ, ਹੋਰ ਕਈ ਏਰੀਆ ਵਿੱਚ ਜਾ ਕੇ ਕਰਦੇ। ਡਾਕਟਰ ਸਾਹਿਬ ਕਿੰਨੀ ਸਟਰੈਂਥ ਆ ਤੁਹਾਡੇ ਕਾਲਜ ਦੇ ਵਿੱਚ? ਕਿੰਨੀਆਂ ਸੀਟਸ, ਟੋਟਲ ਕਿੰਨੀਆਂ ਸੀਟਸ ਹੋਵੇਗੀ? ਸਾਡੇ ਕੋਲ BA-LLB ਦੀਆਂ 120 ਸੀਟਾਂ ਨੇ। 5 ਸਾਲ ਦਾ ਕੋਰਸ ਹੈ। ਕੁਝ ਬੱਚੇ ਵਿੱਚ ਛੱਡ ਕੇ ਜਾ ਸਕਦੇ ਨੇ, ਲੇਕਿਨ ਜਦੋਂ ਸ਼ੁਰੂ ਹੁੰਦਾ ਉਸ ਵੇਲੇ ਸਾਡੀ ਐਡਮਿਸ਼ਨ ਪੂਰੀ ਹੁੰਦੀ ਹੈ। ਔਰ ਪੂਰੀਆਂ ਦੀਆਂ ਪੂਰੀਆਂ ਸੀਟਾਂ ਸਾਡੀਆਂ ਭਰਦੇ ਨੇ। BCom LLB ਦੀਆਂ ਵੀ ਪੂਰੀਆਂ ਸੀਟਾਂ ਭਰਦੇ ਨੇ। ਇਸੇ ਤਰ੍ਹਾਂ LLB ਵਾਸਤੇ ਵੀ ਸਾਡੇ ਕੋਲ 3 ਸਾਲ ਦਾ ਕੋਰਸ ਹੈ, ਕਾਫੀ ਅੱਛਾ ਰਿਸਪੌਂਸ ਹੈ। ਔਰ ਸਾਰੀਆਂ ਸੀਟਾਂ ਸਾਡੀਆਂ ਭਰਦੇ ਨੇ। ਇਹ ਸੀਗੇ ਖਾਲਸਾ ਕਾਲਜ ਆਫ ਲਾਅ ਦੇ ਪ੍ਰਿੰਸੀਪਲ ਡਾਕਟਰ ਸਾਹਿਬ ਸਾਡੇ ਨਾਲ। ਉਹਨਾਂ ਨੇ ਸਾਡੇ ਸਰੋਤਿਆਂ ਨੂੰ ਬੜੀ ਬਰੀਕੀ ਦੇ ਨਾਲ ਕਾਲਜ ਬਾਰੇ ਦੱਸਿਆ। ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਕੈਮਰੇ ਦੇ ਜ਼ਰੀਏ ਸਾਡੇ ਸਰੋਤਿਆਂ ਨੂੰ ਆਪਣਾ ਕੈਂਪਸ ਦਿਖਾ ਦਿਓ, ਆਪਣੇ ਅੰਦਰ ਦਾ ਜੋ ਤੁਹਾਡਾ ਕੋਰਟ ਵਗੈਰਾ ਵਾ ਜਾਂ ਕੰਪਿਊਟਰ ਲੈਬਸ ਨੇ ਜਾਂ ਕਲਾਸਰੂਮਸ ਨੇ, ਜੋ ਵੀ ਤੁਹਾਡਾ ਹੈਗਾ ਅੰਦਰਲਾ ਇਨਫਰਾਸਟ੍ਰਕਚਰ, ਉਹ ਸਾਡੇ ਸਰੋਤਿਆਂ ਨੂੰ ਇੱਕ ਵਾਰੀ ਜ਼ਰੂਰ ਦਿਖਾਓ। ਡਾਕਟਰ ਸਾਹਿਬ ਸਾਨੂੰ ਦੱਸਿਓ ਕਿ ਇਹ ਤੁਹਾਡਾ ਸਟਾਫ, ਇਹ ਸਾਡੇ ਸੀਨੀਅਰ ਕੋਰਸ ਟੀਚਰ ਡਾਕਟਰ ਗਣੇਸ਼ਾ ਸਰੂਜਾ ਔਰ ਇਹ ਸਾਰਾ ਕੀ ਦੇਖਦੇ ਨੇ ਤੁਹਾਨੂੰ ਪੜਾ ਕੇ। ਮੈਮ ਤੁਸੀਂ ਸਾਨੂੰ ਦੱਸਿਓ ਜੀ, ਤੁਸੀਂ ਪਹਿਲਾਂ ਤਾਂ ਇਹ ਦੱਸਿਓ ਕਿ ਤੁਸੀਂ ਕਿੰਨੀ ਦੇਰ ਤੋਂ ਇੱਥੇ? सर मैं 5 साल हो चुके हैं, इसमें 6th ईयर है। ਕਿਹੜੀ ਕਲਾਸ ਨੂੰ ਤੁਸੀਂ ਲੈ ਰਹੇ ਹੋ? सर मेरे को BA-LLB LLB TYC के तीनों बैचेस में को ला जाते हैं। मेरे सब्जेक्ट सेमेस्टर ਦੇ ਵਿੱਚ ਹੁੰਦੇ ਨੇ, ਫਿਰ ਉਹਦੇ ਅਕੋਰਡਿੰਗ ਮੇਰੀ ਕਲਾਸ ਹੈ। ਤੁਹਾਡਾ ਸਿੱਧਾ ਸੰਬੰਧ ਬੱਚਿਆਂ ਦੇ ਨਾਲ ਹੁੰਦਾ ਵਾ। ਬੱਚੇ ਖਾਲਸਾ ਕਾਲਜ ਆਫ ਲਾਅ ਦੇ ਵਿੱਚ ਪੜ੍ਹ ਕੇ, ਜਿੱਦਾਂ ਵਿਰਾਸਤੀ ਕਾਲਜ ਨੇ ਮੇਨ ਖਾਲਸਾ ਕਾਲਜ, ਔਰ ਸਾਡੀ ਗਵਰਨਿੰਗ ਕੌਂਸਲ ਨੇ ਖਾਲਸਾ ਕਾਲਜ ਆਫ ਲਾਅ ਮੇਰਾ ਖਿਆਲ 2012 ਚ ਸ਼ੁਰੂਆਤ ਕੀਤੀ। ਬੱਚੇ ਮਾਣ ਮਹਿਸੂਸ ਕਰਦੇ ਨੇ ਇੱਥੇ ਪੜ੍ਹ ਕੇ? बिल्कुल सर, बहुत माण महसूस कर रहे हैं कि बच्चे पिछले साल एडमिशनस हुई ने, कुछ साढ़े को ऐसे भी स्टूडेंट्स आए थे जिन्हें यूनिवर्सिटी के एडमिशन लैके दोबारा उत्थे छड़ के फिर साढ़े को एडमिशन लैन नहीं आए। अच्छा, जैसे ऐसे कॉलेज में पढ़ना चाहते हैं, ਸਾਨੂੰ यूनिवर्सिटी ਦੇ ਮਾਹੌਲ ਦੇ ਵਿੱਚ ਕੋਪ ਨਹੀਂ ਕਰ ਪਾ ਰਹੇ, ਸਾਨੂੰ ਇਹ ਜ਼ਿਆਦਾ ਵਧੀਆ ਕਹਿ ਸਕਦੇ ਹਾਂ ਕੰਧ ਨਾਲ ਕੰਧ ਬੈਠੇ ਹੋ ਤੁਸੀਂ ਕੋਲ ਦੇ ਯੂਨੀਵਰਸਿਟੀ ਦੀ, ਪਰ ਉਹ ਮੁਕਾਬਲੇ ਦੇ ਵਿੱਚ ਪਿੱਛੇ ਛੱਡ ਰਹੇ ਹੋ। ਬਿਲਕੁਲ ਸਰ। ਖਾਸੀਅਤ ਕੀ ਹੈ ਮੈਮ ਇਹਦੀ ਤੁਹਾਡੇ ਕਿਉਂ ਬੱਚੇ ਆ ਰਹੇ ਹੋ? तो एक तो स्टाफ बहुत बढ़िया है। सब तो पहले तो मैं कहूँगी कि साढ़े प्रिंसिपल सर बहुत बढ़िया है, मैनेजमेंट को बहुत कॉम्पिटिशन साथ मिल रही है, इंफ्रास्ट्रक्चर सारे को यूनिवर्सिटी में लॉट पार्टनर को बेस्ट है। सो एवरीथिंग इज बेस्ट हियर। मैनेजमेंट जितना सारा कोऑपरेट कर रही है उसके करके बच्चों को ਅਸੀਂ सब कुछ प्रोवाइड कर पा रहे हैं जो उन्होंने चाहिए। ऐसे माहौल ਦੇ जिस तरीके ਦੇ ਨਾਲ ਅਸੀਂ ਦੇਣਾ ਚਾਹते हैं वो सब कुछ ਅਸੀਂ ਉਹਨਾਂ एजुकेशन उसी तरीके ਨਾਲ प्रोवाइड कर रहे हैं। ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਸੀਗਾ ਕਿ ਵੱਖ-ਵੱਖ ਸਟੇਟਸ ਦੇ ਵਿੱਚੋਂ ਵੀ ਬੱਚੇ ਇੱਥੇ ਪੜ੍ਹ ਰਹੇ ਨੇ, ਉਹਨਾਂ ਲਈ ਤੁਸੀਂ ਹੋਸਟਲ ਵਗੈਰਾ ਪ੍ਰੋਵਾਈਡ ਕੀਤਾ, ਖਾਣੇ ਦਾ ਪ੍ਰਬੰਧ ਸਾਰਾ ਬਹੁਤ ਵਧੀਆ? ਹਾਂਜੀ ਸਰ, ਬਹੁਤ। ਸਾਡੇ ਸਰੋਤਿਆਂ ਨੂੰ ਦੱਸੋਗੇ ਥੋੜਾ ਬਹੁਤ? ਹਾਂਜੀ ਸਰ, ਹੋਸਟਲ ਦੇ ਵਿੱਚ ਸਾਰੀ ਫੈਸਿਲਿਟੀਜ਼ ਹੈਗੀਆਂ ਨੇ। ਅੱਜ ਤੱਕ ਕੋਈ ਕੰਪਲੇਂਟਸ ਨਹੀਂ ਆਇਆ ਉਹਦੇ ਰਿਗਾਰਡਿੰਗ। ਬੱਚੇ ਬਹੁਤ ਸੈਟੀਸਫਾਈਡ ਨੇ। ਰਾਦਰ ਦੈਨ PG ਅਸੀਂ ਵੀ ਐਡਵਾਈਸਸ ਦਿੰਦੇ ਹਾਂ ਪੇਰੈਂਟਸ ਤੋਂ ਆਉਂਦੇ ਨੇ ਕਿ ਤੁਸੀਂ PG ਦੇ ਵਿੱਚ ਰਹਿਣ ਦੀ ਬਜਾਏ ਹੋਸਟਲ ਦੇ ਵਿੱਚ ਰਹੋ, ਬਿਕੋਜ਼ ਉੱਥੇ ਜ਼ਿਆਦਾ ਸੇਫ ਐਨਵਾਇਰਨਮੈਂਟ ਬੱਚਿਆਂ ਨੂੰ ਮਿਲਦਾ ਹੈ। ਸੋ ਬੱਚੇ ਉੱਥੇ ਜ਼ਿਆਦਾ ਜਾਣਾ ਪ੍ਰੈਫਰ ਕਰਦੇ ਨੇ। ਡਾਕਟਰ ਸਾਹਿਬ ਸਾਡੇ ਸਰੋਤਿਆਂ ਨੂੰ ਇਹ ਲਾਇਬ੍ਰੇਰੀ ਬਾਰੇ ਵਿਸਥਾਰ ਨਾਲ ਦੱਸਿਓ ਜੀ। ਲਾਅ ਕਾਲਜ ਦੇ ਵਿੱਚ ਜਿਹੜੀ ਸਭ ਤੋਂ ਮਹੱਤਵਪੂਰਨ ਕੋਈ ਪਾਰਟ ਹੁੰਦਾ ਹੈ ਜਿਹੜਾ ਇੰਫਰਾਸਟ੍ਰਕਚਰ ਦਾ, ਉਹ ਸਾਡੀ ਲਾਇਬ੍ਰੇਰੀ ਹੈ। ਲਾਇਬ੍ਰੇਰੀ ਅਪ ਟੂ ਡੇਟ ਜਿਹੜੀ ਹੋਣੀ ਬੜੀ ਜ਼ਰੂਰੀ ਹੈ। ਔਰ ਇੰਟਰਨੈਟ ਫੈਸਿਲਿਟੀ ਦੇ ਨਾਲ ਕੰਪਿਊਟਰ ਲੈਬ ਜੋ ਹੋਰ ਆਲ ਇੰਡੀਆ ਰਿਪੋਰਟਰ ਦੇ ਜੋ ਵੀ ਫੈਸਿਲਿਟੀਜ਼ ਨੇ ਉਹ ਹੋਣੀਆਂ ਬਹੁਤ ਜ਼ਰੂਰੀ ਨੇ। ਔਰ ਮੈਨੂੰ ਇਸ ਕੰਮ 'ਚ ਬੜਾ ਦੱਸ ਰਿਹਾ ਮਾਣ ਹੈ
कि सभी लाइब्रेरी जो लॉ बनी हुई है वो बहुत ही अप टू डेट है और ईवन साढ़े यूनिवर्सिटी के जो स्टूडेंट ने कई बार वो भी आके साढ़े को ਲਾਇਬ੍ਰੇਰੀ ਯੂਜ਼ ਕਰਦੇ ਆ ਤੁਹਾਡੀਆਂ ਕਿਤਾਬਾਂ ਪਰਮਿਸ਼ਨ ਲਈ ਯੂਜ਼ ਕਰਦੇ ਆ। ਤੁਸੀਂ ਡਾਕਟਰ ਸਾਹਿਬ ਇਹ ਦੱਸੋ ਕਿ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਤੁਹਾਡੇ ਲਾਅ ਦੇ ਨਾਲ ਸੰਬੰਧਿਤ ਜਿਹੜੇ ਕੋਰਸਿਸ ਨੇ ਉਹਦੀ ਬੁੱਕਸ ਲੈ ਕੇ ਜਾਂ ਬੱਚਿਆਂ ਨੂੰ ਹੋਰ ਵੀ ਗਿਆਨ ਦੀਆਂ ਕਿਤਾਬਾਂ ਜਾਂ ਕੋਈ ਸੈਕਸ਼ਨ ਇੱਦਾਂ ਦੇ ਵੀ ਬਣਾਏ ਨੇ? हाँ जी ਅਸੀਂ ਹੋਰ ਵੀ ਜਿਸ ਤਰ੍ਹਾਂ ਕੰਪੀਟੀਸ਼ਨ ਵਾਸਤੇ ਕੁਝ ਜਿਹੜੀਆਂ ਆਲ ਇੰਡੀਆ ਲੈਵਲ ਦੇ ਜਿਹੜੇ ਨੇ IBS ਜਾਂ ਹੋਰ ਹੈ UGC ਵਾਸਤੇ ਉਹ ਸਾਰੇ ਉਹਦੇ ਨਾਲ ਰਿਲੇਟਡ ਵੀ ਅਸੀਂ ਕਾਫੀ ਸਾਰੀਆਂ ਬੁੱਕਸ ਜਿਹੜੀਆਂ ਨੇ ਉਹ ਪ੍ਰੋਵਾਈਡ ਕੀਤੀਆਂ ਨੇ, ਵੱਖਰੇ ਵੱਖਰੇ ਸੈਕਸ਼ਨ ਬਣਾਏ ਨੇ, ਕੁਝ ਰੈਫਰੈਂਸ ਸੈਕਸ਼ਨਸ ਨੇ, ਕੁਝ ਸਿਰਫ ਇੱਥੇ ਹੀ ਪੜ੍ਹ ਸਕਦੇ ਨੇ ਬੱਚੇ, ਕੁਝ ਬੱਚੇ ਜਿਹੜੇ ਨੇ ਉਹ ਇਸ਼ੂ ਕਰਵਾ ਸਕਦੇ ਨੇ ਸੋ ਇਹ ਅਲੱਗ-ਅਲੱਗ ਜਿੰਨੇ ਵੀ ਸਾਡੇ ਪਿਛਲੇ ਜੱਜਮੈਂਟ ਜਾਂ ਇੰਡੀਆ ਰਿਪੋਰਟਰ ਜਾਂ ਹੋਰ ਹੈ ਉਹ ਸਾਰਾ। ਤਾਂ ਤੁਸੀਂ ਇਹ ਡਿਵੀਜ਼ਨ ਕੀਤੀ ਹੈ ਜੀ ਸੁਪਰੀਮ ਕੇਸਿਸ ਦੀ, ਇਹ ਸਾਡੇ ਸਰੋਤਿਆਂ ਨੂੰ ਦੱਸਿਓ ਕਿ ਇਹਦੀ ਕਿਹੜੀ ਕਲਾਸਿਸ ਦੇ ਵਿੱਚ ਆ ਜਾਂ ਬੱਚੇ ਇਹਦੇ ਕਿੱਥੇ ਯੂਜ਼ ਕਰਦੇ ਆ? ਇਹ ਐਕਚੁਅਲੀ ਸਾਡੇ ਜਿਹੜੇ ਜਨਰਲ ਹੁੰਦੇ ਨੇ ਜਿੰਨੇ ਵੀ ਜਿਹੜੀਆਂ ਰਿਪੋਰਟੇਬਲ ਜਜਮੈਂਟਸ ਹੁੰਦੀਆਂ ਨੇ ਸੁਪਰੀਮ ਕੋਰਟ ਦੀਆਂ ਜਾਂ ਹਾਈ ਕੋਰਟਾਂ ਦੀਆਂ ਉਹ ਸਾਰੀਆਂ ਇੱਕ ਹਰ ਸਾਲ ਇੱਕ ਵਾਲੀਅਮ ਬਣ ਕੇ ਉਹਨਾਂ ਦਾ ਜਿਹੜਾ ਪਬਲਿਸ਼ ਕੀਤਾ ਜਾਂਦਾ ਉਹਦੇ ਵੱਖਰੇ ਸਬਜੈਕਟਸ ਦੇ ਉੱਪਰ ਹੈ। ਜਿਸ ਤਰ੍ਹਾਂ ਲੇਬਰ ਲਾ ਜਰਨਲ ਵੱਖਰਾ ਹੈ, ਆਲ ਇੰਡੀਆ ਰਿਪੋਰਟ ਸਾਰੀਆਂ ਜਜਮੈਂਟਸ ਆ ਜਾਂਦੀਆਂ ਨੇ, ਸੁਪਰੀਮ ਕੋਰਟ ਕੇਸਿਸ ਇੱਕ ਜਰਨਲ ਹੈ। ਸੋ ਇਹ ਸਾਰੇ ਅਲੱਗ-ਅਲੱਗ ਜਿਹੜੇ ਜਰਨਲ ਨੇ ਉਹਨਾਂ ਦੇ ਵਾਲੀਅਮ ਸਾਡੇ ਕੋਲ ਇੱਥੇ ਆ ਜਾਂਦੇ ਨੇ, ਫੈਮਿਲੀ ਲਾਅ ਦੇ ਬਹੁਤੇ ਜਰਨਲ ਨੇ। ਸੋ ਜਿਹੜੇ ਵੀ ਸਾਲ ਦਾ ਅਸੀਂ ਕੋਈ ਕੇਸ ਲੱਗਾ ਹੋਵੇ ਉਹ ਅਸੀਂ ਉਸ ਇੰਡੈਕਸ ਦੇ ਹਿਸਾਬ ਨਾਲ ਜਿਹੜਾ ਉਹ ਬੱਚੇ ਫੇਸ ਕਰ ਸਕਦੇ ਨੇ ਕਿਉਂਕਿ ਉਹਦਾ ਰੈਫਰੈਂਸ ਦੇ ਕੇ ਹੀ ਅੱਗੇ ਜਿਹੜੀ ਹੈ ਉਹ ਸਪੋਰਟ ਉਹਨੂੰ ਮਿਲਦੀ ਹੈ ਕੇਸ ਲੈਣ ਵਾਸਤੇ ਜਾਂ ਜੋ ਵੀ ਉਹਨਾਂ ਨੇ ਆਪਣੇ ਕੇਸ ਡਿਫੈਂਡ ਕਰਨਾ। ਕਹਿ ਸਕਦੇ ਹਾਂ ਕਿ ਲਾਅ ਕਾਲਜ ਦਾ ਇੱਕ ਮੁੱਖ ਭਾਗ ਜਿਹੜਾ ਲਾਇਬ੍ਰੇਰੀ ਮੰਨਿਆ ਜਾਂਦਾ ਵਾ। ਔਰ ਜਿਹੜੇ ਵਿਦਿਆਰਥੀ ਤੁਹਾਡੇ ਲਾਇਬ੍ਰੇਰੀ ਦੇ ਵਿੱਚ ਆਉਂਦੇ ਆ ਡਾਕਟਰ ਸਾਹਿਬ ਇਹ ਦੱਸਿਓ ਕਿ ਉਹਨਾਂ ਨੂੰ ਕਿਤਾਬਾਂ ਲੱਭਣ ਲੱਗਿਆ ਕੋਈ ਤੁਸੀਂ ਟੈਕਨੀਕਲ ਕੀਤਾ ਹੋਇਆ ਵਾ, ਉਹਨਾਂ ਨੂੰ ਲੱਭਣ ਲੱਗਿਆ ਕੋਈ ਦਿੱਕਤ ਨਹੀਂ ਹੋਈ? ਅਸੀਂ ਇਸ ਈਅਰ ਵਾਈਜ਼ ਅਸੀਂ ਇਹਨਾਂ ਨੂੰ ਅਰੇਂਜ ਕੀਤਾ। ਇਹ ਲਾਇਬ੍ਰੇਰੀ ਦਾ ਇੱਕ ਸਿਸਟਮ ਹੁੰਦਾ ਲਾਇਬ੍ਰੇਰੀਅਨ ਦਾ, ਉਹਨਾਂ ਨੂੰ ਬੱਚਿਆਂ ਦਾ ਟ੍ਰੇਨਿੰਗ ਕੀਤੀ ਜਾਂਦੀ ਹੈ, ਉਸ ਹਿਸਾਬ ਨਾਲ ਅਸੀਂ ਅਰੇਂਜ ਕੀਤੇ ਹੁੰਦੇ ਨੇ। ਇਸ ਦੇ ਬਾਅਦ ਅਸੀਂ ਉਹਨਾਂ ਦੇ ਇੰਡੈਕਸ ਲਾਏ ਜਿਸ ਤਰ੍ਹਾਂ ਸੁਪਰੀਮ ਕੋਰਟ ਕੇਸਿਸ ਹੈ, ਇਹਦੇ ਪਿੱਛੇ ਕੰਪਨੀ ਕੇਸਿਸ ਨੇ ਸ਼ੋ ਹੋ ਰਹੇ ਨੇ, ਉਹ ਬੱਚੇ ਜਿਹੜੇ ਸਭ ਕੁਝ ਦੇਖ ਕੇ ਉਹਨਾਂ ਨੂੰ ਚਾਹੀਦਾ ਹੈ ਉਸ 'ਤੇ ਜਾ ਕੇ ਉਹ ਆਪਣਾ ਜਿਹੜਾ ਹੈ ਉਹ ਦੇਖ ਸਕਦੇ। ਕਾਨੂੰਨੀ ਵਿਦਿਆ ਦੇ ਵਿੱਚ ਮੂਟ ਕੋਰਟ ਰੂਮ ਦਾ ਹੋਣਾ ਬਹੁਤ ਇੱਕ ਲਾਜ਼ਮੀ ਕਰਾਰ ਦਿੱਤਾ ਗਿਆ। ਬਾਰ ਕਾਉਂਸਲ ਆਫ ਇੰਡੀਆ ਵੱਲੋਂ ਵੀ ਰਿਕੁਆਇਰਮੈਂਟ ਹੈ। ਉਹ ਬਕਾਇਦਾ ਅਸੀਂ ਇਸ ਰੂਮ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਕੋਰਟ ਦੇ ਵਿੱਚ ਐਕਚੁਅਲੀ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਬੱਚਿਆਂ ਨੂੰ ਪੂਰਾ ਸਾਲ ਅਲੱਗ-ਅਲੱਗ ਵਿਸ਼ਿਆਂ ਦੇ ਉੱਪਰ ਕੋਈ ਨਾ ਕੋਈ ਪ੍ਰੋਬਲਮ ਦੇ ਕੇ ਉਸ ਦੇ ਹੱਲ ਬਾਰੇ ਜਿਹੜਾ ਹੈ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਕੋਰਟ ਰੂਮ ਦੇ ਵਿੱਚ ਆ ਕੇ ਉਹ ਬੱਚੇ ਆਪਣਾ ਕੇਸ ਪੇਸ਼ ਕਰਦੇ ਨੇ ਡਿਫੈਂਡੈਂਟ ਦੀ ਸਾਈਡ ਤੋਂ ਜਾਂ ਰਿਸਪੋਂਡੈਂਟ ਦੀ ਸਾਈਡ ਤੋਂ। ਕਿਹੜੇ ਸਮੈਸਟਰ ਦੇ ਵਿੱਚ ਤੁਸੀਂ ਇਹਦੀ ਵਰਤੋਂ ਸ਼ੁਰੂ ਕਰ ਦਿੰਦੇ? ਇਹ ਵੈਸੇ ਤਾਂ ਹੁਣ ਸਾਨੂੰ ਆ ਗਿਆ ਕਿ ਹਦਾਇਤਾਂ ਕਿ ਅਸੀਂ ਸ਼ੁਰੂ ਤੋਂ ਹੀ ਹੈ ਬਸ ਸਮੈਸਟਰ ਤੋਂ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਿਆਂ ਨੂੰ ਕੋਈ ਨਾ ਕੋਈ ਟ੍ਰੇਨਿੰਗ ਜਿਹੜੀ ਹੈ ਨਾਲ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਆਪ ਨੂੰ ਜਦੋਂ ਤੱਕ ਉਹ ਫਾਈਨਲ ਕਲਾਸ 'ਚ ਪਹੁੰਚਦੇ ਨੇ ਤਾਂ ਇੱਕ ਫੁੱਲ ਟ੍ਰੇਨਡ ਜਿਹੜਾ ਹੈ ਐਡਵੋਕੇਟ ਦੇ ਤੌਰ 'ਤੇ ਸਾਡੇ ਕੋਲੋਂ ਬਾਹਰ ਜਾਣ। ਔਰ ਇਸ ਸਾਹਮਣੇ ਇਸ ਤਰ੍ਹਾਂ ਸਾਡੇ ਚੇਅਰ ਜਿਹੜੇ ਨੇ ਇਹਦੇ ਵਿੱਚ ਉਹ ਜੱਜ ਦੇ ਤੌਰ 'ਤੇ ਬੈਠਦੇ ਨੇ ਔਰ ਜਿਸ ਵੀ ਪੱਖ ਤੋਂ ਪੇਸ਼ ਕਰਨਾ ਕੇਸ ਡਿਫੈਂਡੈਂਟ ਹੈ ਜਾਂ ਰਿਸਪੋਂਡੈਂਟ ਹੈ ਉਹ ਐਡਵੋਕੇਟ ਜਿਹੜਾ ਹੈ ਸਾਹਮਣੇ ਆ ਕੇ ਆਪਣਾ ਕੇਸ ਪੇਸ਼ ਕਰਦਾ ਹੈ ਔਰ ਇਹ ਤਾਂ ਸਾਡੇ ਜਿਸ ਤਰ੍ਹਾਂ ਆਡੀਅנס ਹੈ ਉਹ ਬੈਠ ਸਕਦੇ ਨੇ, ਸਟੂਡੈਂਟ ਬੈਠਦੇ ਨੇ ਜੋ ਦੇਖਦੇ ਨੇ ਕੋਰਟ ਦੀ ਜਿਹੜੀ ਪ੍ਰੈਕਟਿਸ ਕਿਸ ਤਰ੍ਹਾਂ ਦੀ ਹੈ, ਕੀ ਉਹਦੇ ਪ੍ਰੋਸੀਡਿੰਗਸ ਨੇ, ਕੀ ਸੋ ਹਰ ਤਰ੍ਹਾਂ ਦਾ ਜਿਹੜਾ ਹੈ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ ਤੁਸੀਂ ਪ੍ਰੈਕਟਿਕਲ ਕਾਲਜ ਦੇ ਵਿੱਚ ਔਰ ਇਹ ਤੋਂ ਬਾਅਦ ਜੋ ਪ੍ਰੈਕਟਿਸ ਬਾਹਰ ਲੱਗਦੀ ਆ ਉਹ ਫਿਰ ਕਿਹੜੇ ਸਮੈਸਟਰ 'ਚ ਲੱਗਦੀ ਹੈ? ਉਹ ਫਾਈਨਲ ਈਅਰ ਦੇ ਵਿੱਚ ਹੈ ਲੇਕਿਨ ਹੁਣ ਅਸੀਂ ਲਾਸਟ 2 ਈਅਰ ਦੇ ਵਿੱਚ ਅਸੀਂ ਜਿਹੜਾ ਹੈ ਸ਼ੁਰੂ ਕਰ ਦਿੱਤੀ ਹੈ ਕਿ ਲਾਸਟ ਵਾਲੇ 2 ਸਾਲ ਦੇ ਉਹ ਬੱਚੇ ਜਿਹੜੇ ਟ੍ਰੇਨਿੰਗ ਵਾਸਤੇ ਵੀ ਜਾਣ ਔਰ ਉੱਥੇ ਵੱਖ-ਵੱਖ ਤਰ੍ਹਾਂ ਦੀਆਂ ਸਾਡੀਆਂ ਲੋਕ ਅਦਾਲਤਾਂ ਲੱਗਦੀਆਂ ਉਹਦੇ ਵਿੱਚ ਵੀ ਸਾਡੇ ਬੱਚੇ ਜਾ ਕੇ ਸਾਰੇ ਪਾਰਟੀਸਪੇਟ ਵੀ ਕਰਦੇ ਆ। ਇਸ ਤਰ੍ਹਾਂ ਸੈਂਟਰ ਦੇ ਵੀ ਫਿਰ ਅਸੀਂ ਕਰਾਉਂਦੇ ਤਾਂ ਕਿ ਪਤਾ ਲੱਗੇ ਕਿ ਬੱਚਿਆਂ ਦੇ ਅੰਦਰ ਦਾ ਕੀ ਹੈ, ਉਹਨਾਂ ਦੇ ਕੀ ਮਾਹੌਲ ਕਿੱਦਾਂ ਦਾ ਵਾ, ਕੈਦੀ ਕੀ ਕਰਦੀ ਹੈ ਜਾਂ ਉਹਨਾਂ ਨੂੰ ਕਿੱਦਾਂ ਰੱਖਿਆ ਜਾਂਦਾ ਵਾ ਨਾ। ਇਸ ਤਰ੍ਹਾਂ ਹੀ ਕੁਝ ਜਿਹੜੇ ਸਾਡੇ ਪੁਲਿਸ ਸਟੇਸ਼ਨ ਨੇ ਉੱਥੇ ਵੀ ਅਸੀਂ ਬੱਚੇ ਭੇਜਦੇ ਤਾਂ ਕਿ ਜਾ ਕੇ ਉੱਥੋਂ ਦੇਖਦੇ ਜਾਂਦੇ ਉੱਥੋਂ ਕੇਸ ਦੀ ਸ਼ੁਰੂਆਤ ਜਿਹੜੀ ਹੈ ਕ੍ਰਿਮੀਨਲ ਕੇਸ ਦੀ ਉਹ ਪੁਲਿਸ ਸਟੇਸ਼ਨ ਤੋਂ ਹੁੰਦੀ ਹੈ। ਉੱਥੇ ਦਾ ਕੀ ਮਾਹੌਲ ਹੈ, ਉੱਥੇ ਕਿਸ ਤਰ੍ਹਾਂ ਦਾ ਹਰ ਤਰ੍ਹਾਂ ਦੀ ਤੁਸੀਂ ਪ੍ਰੈਕਟੀਕਲ ਪੂਰਾ ਬੱਚੇ ਨੂੰ ਤਰਾਸ਼ ਕੇ ਫਿਰ ਬਾਹਰ ਭੇਜਦੇ ਹੋ। ਸ਼ਾਇਦ ਇਹੀ ਖਾਸੀਅਤ ਹੈ ਕਿ ਤੁਹਾਡੇ ਕਾਲਜ ਦੇ ਬੜੇ ਵਿਦਿਆਰਥੀ ਜਿਹੜੇ ਆ ਉਹ ਚੰਗੀ ਜਗ੍ਹਾ 'ਤੇ ਪ੍ਰੈਕਟਿਸ ਵੀ ਕਰ ਰਹੇ ਆ ਔਰ ਇੱਕ ਨਾਮ ਬਣਾ ਕੇ ਬੈਠੇ ਆ। ਡਾਕਟਰ ਸਰੋਤਿਆਂ ਨੂੰ ਸਾਡਿਆਂ ਨੂੰ ਦੱਸਿਓ ਕਿ ਜਿਹੜਾ ਤੁਹਾਡਾ ਖਾਲਸਾ ਕਾਲਜ ਆਫ ਲਾਅ
ਤੇ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਤੁਸੀਂ ਕੰਧ ਨਾਲ ਕੰਧ ਜੁੜੇ ਹੋ ਔਰ ਤੁਹਾਡਾ ਕੋਡ ਤੇ ਉਹਨਾਂ ਦੇ ਕੋਡ ਦੇ ਵਿੱਚ ਕੋਈ ਡਿਫਰੈਂਸ ਹੈ ਕਿ ਤੁਹਾਡਾ ਇਹ ਸਾਰਾ ਇੱਕੋ ਹੀ ਹੁੰਦਾ ਹੈ ਤਾਂ ਪੈਰਾਮੀਟਰ ਕਿ ਇੰਨਾ ਹੀ ਬਣਨਾ ਚਾਹੀਦਾ? ਨਹੀਂ ਲੱਗਦਾ ਹੈ ਲੇਕਿਨ ਉੱਥੇ ਵੀ ਹੁਣ ਬਣਿਆ ਹੋਇਆ ਹੈ ਐਸੀ ਨਹੀਂ ਹੈ ਹਰ ਇਹ ਤੇ ਇੱਕ ਰਿਕੁਆਇਰਮੈਂਟ ਹੈ ਹਰ ਕਾਲਜ ਦਾ ਬਣਾਉਣਾ ਸਿਲੇਬਸ ਦੀ ਇਹ ਬਾਰ ਕੌਂਸਲ ਆਫ ਇੰਡੀਆ ਦੇ ਰੂਲਸ ਦੇ ਵਿੱਚ ਲਿਖਿਆ ਰਿਕਮੈਂਡੇਸ਼ਨ ਤਾਂ ਮਿਲਦੀ ਹੈ ਕਿ ਉਹ ਜੋ ਜਿਹੜਾ ਹੋਣਾ ਚਾਹੀਦਾ ਪਰ ਅੱਛੀ ਸਹੂਲਤ ਦੇਣਾ ਹੁਣ ਜਿਸ ਤਰ੍ਹਾਂ ਅਸੀਂ ਜੇ ਸਾਊਂਡ ਸਿਸਟਮ ਦਾ ਵੀ ਰਿਵੀਜ਼ਨ ਕੀਤੀ ਹੋਈ ਹੈ ਇਹ ਸਾਰੇ ਜਗ੍ਹਾ ਤੋਂ ਨਹੀਂ ਹੋਏਗਾ ਔਰ ਹੋਰ ਵੀ ਜਿਸ ਤਰ੍ਹਾਂ ਦਾ ਇੱਥੇ ਮਾਹੌਲ ਹੈ ਹਰ ਤਰ੍ਹਾਂ ਦੇ ਮਤਲਬ ਵਾਤਾਵਰਨ ਦਾ ਵੀ ਖਿਆਲ ਰੱਖਿਆ ਜਾਂਦਾ ਬੱਚਿਆਂ ਦੀ ਜਿਹੜੀ ਹੈ ਬੈਠਣ ਦੀ ਸਹੂਲਤ ਅੱਛੀ ਜਿਹੀ ਹੋਵੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਹੋਰ ਜੋ ਵੀ ਹੈ ਉਹ ਅਸੀਂ ਕੋਸ਼ਿਸ਼ ਕੀਤੀ ਹੈ ਔਰ ਮੈਨੇਜਮੈਂਟ ਵੱਲੋਂ ਬਹੁਤ ਅੱਛਾ ਜਿਹੜਾ ਹੈ ਸਾਨੂੰ ਇਸ ਨਾਲ ਸਹਿਯੋਗ ਦਿੱਤਾ ਜਾ ਰਿਹਾ ਸ਼ੁਰੂ ਤੋਂ ਸ਼ਾਇਦ ਇਹ ਤੁਹਾਡੀ ਗਵਰਨਿੰਗ ਕੌਂਸਲ ਜਿਹੜੀ ਉਹਦੀ ਸੁਚੱਜੀ ਅਗਵਾਈ ਲਈ ਨਤੀਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੱਚੇ ਛੱਡ ਕੇ ਜਿਹੜੇ ਤੁਹਾਡੇ ਕੋਲ ਆ ਰਹੇ ਨੇ ਬਹੁਤ ਬੱਚੇ ਇਸ ਵਾਰ ਵਿਸ਼ੇਸ਼ 'ਚ ਵੀ ਆਏ ਨੇ ਔਰ ਉਹ ਬੱਚਿਆਂ ਨੇ ਕਈ ਜਿਨ੍ਹਾਂ ਨੇ ਪਹਿਲਾਂ ਉੱਥੇ ਐਡਮਿਸ਼ਨ ਲੈ ਲਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਜਦੋਂ ਪਤਾ ਲੱਗਾ ਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਉਹ ਵਾਪਸ ਫਿਰ ਸਾਡੇ ਕਾਲਜ ਦੇ ਵਿੱਚ ਆ ਕੇ ਉਹਨਾਂ ਨੇ ਐਡਮਿਸ਼ਨ ਲਈ ਔਰ ਬੜੇ ਉਹ ਖੁਸ਼ ਨੇ ਬੜੇ ਅੱਛੇ ਪਰਿਵਾਰਾਂ ਤੋਂ ਨੇ ਬੜੇ ਅੱਛੇ ਜਿਹੜੇ ਸੁਲਝੇ ਹੋਏ ਪਰਿਵਾਰਾਂ ਨੇ ਉਹਨਾਂ ਨੇ ਇਹੀ ਪ੍ਰੈਫਰ ਕੀਤਾ ਕਿ ਅਸੀਂ ਇਸ ਕਾਲਜ ਦੇ ਵਿੱਚ ਆਪਣੇ ਬੱਚੇ ਨੂੰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ। ਖਾਲਸਾ ਕਾਲਜ ਗਵਰਨਿੰਗ ਕੌਂਸਲ ਟੈਲੀਵਿਜ਼ਨ ਵੇਖ ਰਹੇ ਸਾਰੇ ਸਰੋਤਿਆਂ ਨੂੰ ਇਹ ਖਾਲਸਾ ਕਾਲਜ ਆਫ ਲਾਅ ਦੇ ਵਿਹੜੇ ਦੇ ਵਿੱਚੋਂ ਮੈਂ ਅਜੇਪਾਲ ਸਿੰਘ ਢਿੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਣਾ। ਧੰਨਵਾਦ।